100 सवाल। भाग चौथा। सवाल नंबर 8। गुरु ग्रंथ साहिब साडे गुर कद तो होए? उत्तर, भावें गुरु साहिबान अपने तो वध अदब शब्द बाणी अते बीड़ नूं दिंदे सन अते हुक्म भी ऐसे ही कीते जांदे सन। इक्को शब्द इक्को प्रभु वरतै, सब एकस ते उत्पत चलै। पर गुरु ग्रंथ साहिब नाल गुरु शब्द 8 अक्तूबर सन 1708 तो लाउणा आरंभ होया, जद अबचल नगर गुरु गोबिंद सिंह जी ने गुरता सिख धर्म के आधार रूप ग्रंथ नूं दित्ती। हुक्म कीता, अब मेरा ज़ाहरा रूप गुरु ग्रंथ साहब को जानना। जिसने मेरे से बातें करनी होए तो गुरु ग्रंथ साहब का पाठ करना, मेरे से बातें होवेंगी। यह हुक्म भी होए, आज्ञा भई अकाल की, तबै चलायो पंथ। सब सीखन को हुक्म है, गुरु मान्यो ग्रंथ। गुरु ग्रंथ जी मान्यो, प्रगट गुरां की देह। जो प्रभ को मिलबो चहै, खोज शब्द में ले। रहतनामा भाई प्रहलाद सिंह। एक होर गवाही भाई केसर सिंह जी ने ਬੰਸਾਵਲੀ ਨਾਮਾਂ ਵਿੱਚ ਦਿੱਤੀ ਹੈ। ਉਸ ਦੇ ਸ਼ਬਦ ਹਨ, ਤਬ ਸਾਹਿਬ ਬਚਨ ਕੀਤਾ, ਗੁਰਿਆਈ ਕਾ ਪਹੁੰਚਾ ਅੰਤ। 10 ਜਾਮੇ ਕਹੇ ਥੇ, ਗੁਰੂ ਨਾਨਕ ਭਗਵੰਤ। ਅਤੇ 10ਵਾਂ ਪਾਤਸ਼ਾਹ ਗੱਦੀ ਗੁਰਿਆਈ ਦੀ ਗੁਰੂ ਗ੍ਰੰਥ ਸਾਹਿਬ ਨੂੰ ਦੇ ਹੈ ਗਿਆ। ਅੱਜ ਪ੍ਰਤੱਖ ਗੁਰੂ ਅਸਾਡਾ ਗ੍ਰੰਥ ਸਾਹਿਬ ਹੈ, ਸੋ ਗਿਆ जो ग्रंथों गया। चरण 10वां। कवि सोहन सिंह दे रचे गुरबिलास पातशाही 6ਵੀਂ विच जो कलगीधर दे ज्योति जोत समाउण तो तकरीबन 8 साल बाद लिखिया गया दे शब्द हैं। गुरु ग्रंथ कलयुग भयो, श्री गुरु रूप समान। 10 पातशाहियां रूप एहे, गुरु ग्रंथ जी जान। गुरु दर्श जिह देखना, श्री ग्रंथ दर्शाए। बात करन गुर सो चाहे, पढ़े ग्रंथ मन लाए। उमदात तवारीख विच सोहन लाल सूरी ने लिखिया है, सिखां बेनती कीती कि हजूर ने हुण किस नूं गुरु नियत कीता है, तां महाराज ने हुक्म कीता, गुरु ग्रंथ जी हन। ग्रंथ ते वाहिगुरु विचकार कोई फर्क नहीं। ग्रंथ साहिब जी दे दर्शन तो गुरु साहिबान दे खुशियां भरपूर दर्शन होणगे। ढेर चिर पहला गुरु ग्रंथ साहिब दी भीड़ बन्नण दा कारण आपू ही गुरु अर्जन देव जी ने दर्शा दिता सी। एक दिन अमृत वेले गुरु जी जाग उठे ਤਾਂ ਉਹਨਾਂ ਦੇ ਮਨ ਉਪਜੀ ਕਿ ਪੰਥ ਤਾਂ ਪ੍ਰਗਟ ਹੋ ਗਿਆ ਹੈ, ਉਸ ਦਾ ਮਾਰਗਦਰਸ਼ਨ ਸਦਾ ਹੁੰਦਾ ਰਹੇ। ਸੋ ਇਸ ਲਈ ਗ੍ਰੰਥ ਸਾਹਿਬ ਦੀ ਰਚਨਾ ਹੋਣੀ ਚਾਹੀਦੀ ਹੈ। ਸੋ ਗੁਰੂ ਗ੍ਰੰਥ ਸਾਹਿਬ ਰਚਾ। ਮਹਿਮਾ ਪ੍ਰਕਾਸ਼ ਦੇ ਸ਼ਬਦ ਹਨ, ਏਕ ਦਿਵਸ ਪ੍ਰਭੂ ਪ੍ਰਹਾਤੈ ਕਾਲ। ਦਇਆ ਭਰੇ ਪ੍ਰਭ ਦੀਨ ਦਿਆਲ। यह मन उपजी प्रगट्यो जब पंथ। यह मन उपजी प्रगट्यो जग पंथ। तह कारण कीचै अब ग्रंथ। सवाल नंबर 9। गुरु ग्रंथ साहिब विच कितने महापुरुषां दी बाणी है, उन्हां दे नाम दसो। उत्तर, गुरु ग्रंथ साहिब एक ऐसा रूहानी खुराक दा थाल परोसिया है गुरु महाराज ने, जिस विच 36 पदार्थ वांग 36 ही महापुरुषां दी बाणी है। 36 महापुरुष ਇਹ ਹਨ। 6 गुरु साहिबान, गुरु नानक देव जी, गुरु अंगद देव जी, गुरु अमरदास जी, गुरु रामदास जी, गुरु अर्जन देव जी, गुरु तेग बहादुर जी। 15 भगत, भगत कबीर जी,
ਭਗਤ ਨਾਮਦੇਵ ਜੀ, ਭਗਤ ਰਵਿਦਾਸ ਜੀ, ਭਗਤ ਤਿਰਲੋਚਨ ਜੀ, ਭਗਤ ਧੰਨਾ ਜੀ, ਭਗਤ ਸੈਨ ਜੀ, ਭਗਤ ਜੈਦੇਵ ਜੀ, ਭਗਤ ਪੀਪਾ ਜੀ, ਭਗਤ ਸੂਰਦਾਸ ਜੀ, ਬਾਬਾ ਫਰੀਦ ਜੀ, ਭਗਤ ਪਰਮਾਨੰਦ ਜੀ, ਭਗਤ ਸਧਨਾ ਜੀ, ਭਗਤ ਬੇਣੀ ਜੀ, ਭਗਤ ਰਾਮਾਨੰਦ ਜੀ, ਭਗਤ ਭੀਖਨ ਜੀ। 11 ਭੱਟ, ਕਲਸਹਾਰ ਜੀ, ਜਾਲਪ ਜੀ, ਕੀਰਤ ਜੀ, ਭੀਖਾ ਜੀ, ਸਲ ਜੀ, ਭਲ ਜੀ, ਨਲ ਜੀ, ਗਜੰਦ ਜੀ, ਮਥੁਰਾ ਜੀ, ਬਲ ਜੀ, ਹਰਿਬੰਸ ਜੀ। 4 ਸਿੱਖ, ਬਾਬਾ ਸੁੰਦਰ ਜੀ, ਰਬਾਬੀ ਸਤੈ ਡੂਮ ਜੀ, ਰਬਾਬੀ ਸੱਤਾ ਡੂਮ ਜੀ, ਰਬਾਬੀ ਰਾਏ ਬਲਵੰਡ ਜੀ, ਭਾਈ ਮਰਦਾਨਾ ਜੀ। ਇਹ ਹਨ 36 ਮਹਾਂਪੁਰਸ਼ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਜੀ। ਸਵਾਲ ਨੰਬਰ 10, ਗੁਰੂ ਗ੍ਰੰਥ ਸਾਹਿਬ ਵਿੱਚ ਕੁੱਲ ਕਿਤਨੇ ਰਾਗ, ਧੁਨੀਆਂ ਅਤੇ ਸ਼ਬਦ ਹਨ? ਸਮੁੱਚਾ ਮਜ਼ਮੂਨ ਕੀ ਹੈ? ਇਤਨੀ ਮਹਿਮਾ ਗੁਰੂ ਗ੍ਰੰਥ ਸਾਹਿਬ ਦੀ ਕਿਉਂ ਹੈ? ਉੱਤਰ, ਗੁਰੂ ਗ੍ਰੰਥ ਸਾਹਿਬ ਵਿੱਚ ਰਾਗਾਂ ਦੀ ਕੁੱਲ ਗਿਣਤੀ 31 ਹੈ। ਪਹਿਲਾ ਰਾਗ ਸ਼੍ਰੀ ਰਾਗ ਹੈ ਅਤੇ ਅੰਤਲਾ ਜੈਜਵੰਤੀ ਹੈ। ਧੁਨੀਆਂ 9 ਹਨ ਜੋ ਵਾਰਾਂ ਦੇ ਉੱਤੇ ਦਰਜ ਹਨ ਤੇ ਹੁਕਮ ਹੈ ਕਿ ਵਾਰਾਂ ਨੂੰ ਉਸ ਧੁਨੀ ਵਿੱਚ ਹੀ ਗਾਵਣਾ ਹੈ। ਕੁੱਲ ਸ਼ਬਦ ਸ਼ਲੋਕਾਂ ਤੇ ਸਵਈਆਂ ਸਮੇਤ 5763 ਹਨ। ਪਹਿਲੀ ਬੀੜ 15 ਅਗਸਤ 1604 ਨੂੰ ਸੰਪੂਰਨ ਹੋਈ ਸੀ ਅਤੇ ਹਰਮੰਦਰ ਸਾਹਿਬ ਪਹਿਲਾ ਪ੍ਰਕਾਸ਼ 30 ਅਗਸਤ 1604 ਨੂੰ ਹੋਇਆ ਸੀ। ਲਿਖਾਰੀ ਭਾਈ ਗੁਰਦਾਸ ਜੀ ਸਨ। ਮੁੱਖ ਵਿਸ਼ਾ ਹੈ ਪ੍ਰਭੂ ਦਰਸ਼ਨ ਤੇ ਪ੍ਰਭੂ ਉਸਤਤ ਅਤੇ ਨਾਮ ਭਗਤੀ, ਗੁਰ ਭਗਤੀ, ਮਨ ਦਾ ਸੰਜਮ, ਮਾਨਵ ਭਗਤੀ, ਸਦਾਚਾਰ ਤੇ ਸਮਾਜ ਭਲਾਈ। ਗੁਰਬਾਣੀ ਦਾ ਇਤਨਾ ਜ਼ੋਰ ਮੁਕਤੀ ਤੇ ਨਹੀਂ ਜਿਤਨਾ ਜੀਵਨ ਮੁਕਤੀ ਤੇ ਹੈ। ਗੁਰਬਾਣੀ ਸਵਰਨ ਮਾਟੀ ਦੁੱਖ ਸੁੱਖ ਵਿੱਚ ਮਨ ਦੇ ਸਹਿਜ ਨੂੰ ਕਾਇਮ ਰੱਖਣ ਦੀ ਜਾਂਚ ਸਿਖਲਾਉਂਦੀ ਹੈ। ਸਮੁੱਚਾ ਮਜ਼ਮੂਨ ਹੈ ਸੱਚ ਦਾ ਸਹੀ ਰੂਪ, ਸੱਚ ਦੀ ਪ੍ਰਾਪਤੀ ਦੇ ਸਾਧਨ। ਜਿਨ੍ਹਾਂ ਸੱਚ ਪ੍ਰਾਪਤ ਕਰ ਲਿਆ ਉਹਨਾਂ ਦੀ ਮਨੋਦਸ਼ਾ ਅਤੇ ਜਿਨ੍ਹਾਂ ਸੱਚ ਨਹੀਂ ਵਿਹਾਜਿਆ ਉਹਨਾਂ ਦੀ ਦੁਰਦਸ਼ਾ। ਗੁਰੂ ਗ੍ਰੰਥ ਸਾਹਿਬ ਜੀ ਦੀ ਮਹਿਮਾ ਇਸ ਲਈ ਹੈ। ਇਸ ਧਰਤੀ ਤੇ ਅਨੇਕਾਂ ਗ੍ਰੰਥ ਹਨ ਜਿਹੜੇ ਕਿ ਉਹਨਾਂ ਦੇ ਪੈਗੰਬਰਾਂ ਨੇ ਨਹੀਂ ਲਿਖੇ। ਜਿਵੇਂ ਪੈਥਾਗੋਰਸ ਨੇ ਜੇ ਕੋਈ ਆਪਣਾ ਸਿਧਾਂਤ ਲਿਖਿਆ ਹੈ ਉਹ ਸਾਡੇ ਤੱਕ ਨਹੀਂ ਪੁੱਜਾ। ਸੁਕਰਾਤ ਦਾ ਪਤਾ ਕੇਵਲ ਅਫਲਾਤੂਨ, ਪਲੇਟੋ ਤੇ ਜੈਨੋਫਰ ਦੀਆਂ ਲਿਖਤਾਂ ਤੋਂ ਹੀ ਲੱਗਦਾ ਹੈ। ਬੁੱਧ ਆਪਣੀਆਂ ਸਿੱਖਿਆਵਾਂ ਦੀ ਯਾਦ ਆਪਣੀ ਕਿਸੇ ਵੀ ਲਿਖਤ ਵਿੱਚ ਨਹੀਂ ਛੱਡ ਗਿਆ। ਪੱਛਮੀ ਲੋਕ ਜਿਸ ਨੂੰ ਕਨਫਿਊਸਿਸ ਕਹਿੰਦੇ ਹਨ ਆਪਣੇ ਪਿੱਛੇ ਆਪਣੇ ਦਰਸਾਏ ਸਮਾਜਿਕ ਤੇ ਇਕਲਾਖੀ ਸਿਧਾਂਤਾਂ ਦੀ ਕਿਤੇ ਕੋਈ ਲਿਖਤ ਨਹੀਂ ਛੱਡ ਗਏ। ਈਸਾਈ ਮਤ ਦੇ ਬਾਨੀ ਨੇ ਵੀ ਆਪਣੇ ਸਿਧਾਂਤਾਂ ਨੂੰ ਕਿਤੇ ਵੀ ਲਿਖਤੀ ਰੂਪ ਵਿੱਚ ਪੇਸ਼ ਨਹੀਂ ਕੀਤਾ। ਉਹਨਾਂ ਸੰਬੰਧੀ ਮੈਥਿਓ, ਲੂਕਾ, ਜੌਨ ਆਦਿ ਲਿਖਤਾਂ ਤੇ ਹੀ ਭਰੋਸਾ ਕਰਨਾ ਪੈਂਦਾ ਹੈ। ਅਰਬ ਦੇ ਪੈਗੰਬਰ ਮੁਹੰਮਦ ਸਾਹਿਬ ਨੇ ਵੀ ਕੁਰਾਨ ਦੇ ਸਪਾਰਿਆਂ ਨੂੰ ਆਪਣੀ ਕਲਮ ਨਾਲ ਨਹੀਂ ਲਿਖਿਆ, ਸਗੋਂ ਉਸਦੇ ਖਲੀਫਿਆਂ ਜਾਂ ਨਾਮ ਲੇਵਿਆਂ ਨੇ ਹੀ ਲਿਖਿਆ ਹੈ ਜਾਂ ਇਕੱਠਾ ਕੀਤਾ ਹੈ। ਪਰ ਇਹਨਾਂ ਤੋਂ ਅਲੱਗ ਗੁਰੂ ਸਾਹਿਬਾਨ ਨੇ ਆਪਣੀ ਬਾਣੀ ਆਪ ਲਿਖੀ, ਭਗਤਾਂ ਦੀ ਲਿਆਂਦੀ, ਸੰਭਾਲੀ ਤੇ ਫਿਰ ਬੀੜ ਬਨ ਗੁਰੂ ਗ੍ਰੰਥ ਸਾਹਿਬ ਦਾ ਰੂਪ ਦਿੱਤਾ। ਗ੍ਰੀਨ ਲੀਜ਼ ਨੇ ਗੋਸਪਲ ਆਫ ਗੁਰੂ ਗ੍ਰੰਥ ਸਾਹਿਬ ਵਿੱਚ ਸੋਹਣਾ ਕਿਹਾ ਹੈ,
ਪਵਿੱਤਰਤਾ ਤੇ ਰੂਹਾਨੀ ਔਜ ਦੇ ਨੁਕਤੇ ਤੋਂ ਇਸ ਦਾ ਦੁਨੀਆ ਦੇ ਧਰਮਾਂ ਵਿੱਚ ਉੱਚਾ ਮੁਕਾਮ ਹੈ। ਇਹ ਕਿਸੇ ਦਾ ਭੇਸ ਵਟਾਵਾਂ ਰੂਪ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਦਾ ਰੁਤਬਾ ਚੋਟੀ ਦਾ ਹੈ। ਇਹ ਗੱਲ ਯਕੀਨ ਨਾਲ ਕਹੀ ਜਾ ਸਕਦੀ ਹੈ ਕਿ ਬਾਣੀ ਧੁਰ ਅੰਦਰੋਂ ਅਨੁਭਵ ਪ੍ਰਕਾਸ਼ੀ ਹੈ ਅਤੇ ਇਸ ਦਾ ਪੜ੍ਹੇ ਸੁਣੇ ਨਾਲ ਕੋਈ ਸੰਬੰਧ ਨਹੀਂ। ਜਗਤ ਪ੍ਰਸਿੱਧ ਇਤਿਹਾਸਕਾਰ ਟਾਈਨਬੀ ਗੁਰੂ ਗ੍ਰੰਥ ਸਾਹਿਬ ਨੂੰ ਸਮੁੱਚੀ ਮਨੁੱਖਤਾ ਦਾ ਸਾਂਝਾ ਆਤਮਿਕ ਭੰਡਾਰ ਕਹਿੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।